Hello students, welcome to my YouTube channel. In previous video, we will start our topic that is refraction and cover its introduction. Now we will move further and uh, start our next topic that is refraction of light through a glass slab, principle of reversibility, lateral displacement, refraction through compound slab, apparent depth and apparent students ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਰਿਫਰੈਕਸ਼ਨ ਦੀ ਫਸਟ ਵੀਡੀਓ ਸਾਡੀ ਜਿਹੜੀ ਸੀਗੀ ਪਿਛਲੀ ਵੀਡੀਓ ਸੀਗੀ ਉਹਦੇ ਵਿੱਚ ਅਸੀਂ ਰਿਫਰੈਕਸ਼ਨ ਬਾਰੇ ਗੱਲ ਕੀਤੀ ਉਹਦੀ ਇੰਟਰੋਡਕਸ਼ਨ ਕੀਤੀ ਤੇ ਅਸੀਂ ਕਿੰਨੇ ਉਹਦੇ ਲਾਜ਼ ਵਗੈਰਾ ਕੀਤੇ ਹੁਣ ਅਸੀਂ ਕੀ ਕਰਾਂਗੇ ਰਿਫਰੈਕਸ਼ਨ ਥਰੂ ਗਲਾਸ ਲੈਬ ਸੋ ਅਸੀਂ ਰਿਫਰੈਕਸ਼ਨ ਪੜ੍ਹਿਆ ਕਿ ਲਾਈਟ ਦੀ ਜਿਹੜੀ ਪਾਥ ਦਾ ਬੈਂਡ ਹੋਣਾ ਜਦੋਂ ਇੱਕ ਮੀਡੀਅਮ ਚੋਂ ਦੂਜੇ ਮੀਡੀਅਮ ਜਾਂਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਰਿਫਰੈਕਸ਼ਨ ਕਹਿੰਦੇ ਆ ਤੇ ਲਾਈਟ ਬੈਂਡ ਕਦੋਂ ਹੁੰਦੀ ਹੈ ਕਦੋਂ ਇੱਕ ਮੀਡੀਅਮ ਦੂਜੇ ਮੀਡੀਅਮ 'ਚ ਕਿਸ ਟਾਈਮ ਜਾਏਗੀ ਦੇਖੋ ਜਦੋਂ ਵਾਲਾ ਜਿਹੜਾ ਸਾਡਾ ਇੰਟਰਫੇਸ ਹੈ ਇਹਦੀ ਇੱਕ ਸਾਈਡ ਪੋਲਿਸ਼ਡ ਹੋਏਗੀ ਤਾਂ ਉਸ 'ਚ ਰਿਫਲੈਕਸ਼ਨ ਹੋਏਗੀ ਰਿਫਰੈਕਸ਼ਨ ਨਿਗਲੀਜੀਬਲ ਹੋਏਗੀ ਬਟ ਜਦੋਂ ਜਿਹੜਾ ਮੀਡੀਅਮ ਹੈ ਟਰਾਂਸਪੇਰੈਂਟ ਹੋਏਗਾ ਉਦੋਂ ਹੀ ਲਾਈਟ ਜਿਹੜੀ ਉਹਦੇ ਵਿੱਚੋਂ ਪਾਸ ਕਰੇਗੀ ਜ਼ਿਆਦਾ ਜਿਹੜੀ ਲਾਈਟ ਜਿਹੜੀ ਉਹ ਪਾਸ ਕਰੇਗੀ ਸੋ ਹੁਣ ਅਸੀਂ ਕਰਾਂਗੇ ਰਿਫਲੈਕਸ਼ਨ ਥਰੂ ਗਲਾਸ ਸਲੈਬ ਸੋ ਬੇਟਾ ਸਾਡੇ ਕੋਲ ਗਲਾਸ ਹੈਗਾ ਸਲੈਬ 'ਚ ਸਾਡੇ ਕੋਲ ਹੈਗੀ ਹੈ PQRS ਠੀਕ ਹੈ ਹੁਣ ਉਹਦਾ ਇੱਕ ਇੰਟਰਫੇਸ ਹੈ ਇੰਟਰਫੇਸ ਐਬ ਦਾ ਇੰਟਰਫੇਸ ਇੰਟਰਫੇਸ ਕੀ ਹੁੰਦਾ ਹੈ ਬਾਉਂਡਰੀ ਬਿਟਵੀਨ ਟੂ ਮੀਡੀਅਮਸ ਸੋ ਇੱਕ ਸਾਡਾ ਬਾਹਰ ਮੀਡੀਅਮ ਜਿਹੜਾ ਸਾਡੀ ਏਅਰ ਹੈ ਉਹਦਾ ਰਿਫਰੈਕਟਿਵ ਇੰਡੈਕਸ ਨਿਊ ਏ ਹੈਗਾ ਜਿਹੜਾ ਗਲਾਸ ਦਾ ਰਿਫਰੈਕਟਿਵ ਇੰਡੈਕਸ ਹੈਗਾ ਬੱਚੋ ਉਹ ਵਾਲਾ ਹੈਗਾ ਸਾਡਾ ਨਿਊ G ਓਕੇ ਸੋ ਰਿਫਰੈਕਟਿਵ ਇੰਡੈਕਸ ਆਫ ਅ ਗਲਾਸ ਐਂਡ ਰਿਫਰੈਕਟਿਵ ਇੰਡੈਕਸ ਆਫ ਅ ਏਅਰ ਸੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਏਅਰ ਜਿਹੜੀ ਸਾਡੇ ਰੇਅਰ ਮੀਡੀਅਮ ਹੁੰਦਾ ਅਤੇ ਗਲਾਸ ਜਿਹੜਾ ਹੈਗਾ ਉਹ ਸਾਡਾ ਕੀ ਹੁੰਦਾ ਇੱਕ ਡੈਂਸਰ ਮੀਡੀਅਮ ਹੁੰਦਾ ਸੋ ਮੰਨ ਲਓ ਕਿ ਇੱਕ ਲਾਈਟ ਸਾਡੀ ਐਂਟਰ ਕੀਤੀ ਸਟਰਾਈਕ ਕੀਤੀ ਉਹਨੇ PQ ਤੇ PQ ਜਿਹੜਾ ਇੰਟਰਫੇਸ ਹੈਗਾ ਉਹ 'ਤੇ ਸਟਰਾਈਕ ਕੀਤੀ ਸਾਡੀ KL ਲਾਈਨ ਵਿਦ ਐਂਗਲ ਆਫ ਇੰਸੀਡੈਂਸ I1 ਸੋ M ਕੀ ਹੈ ਸਾਡਾ ਇਹ ਸਾਡਾ ਨੋਰਮਲ ਹੈ ਠੀਕ ਹੈ ਲਾਈਟ ਐਂਟਰ ਕੀਤੀ ਲਾਈਟ ਨੂੰ ਜਾਣਾ ਚਾਹੀਦਾ ਸੀਗਾ ਸਿੱਧੀ ਲਾਈਨ 'ਚ ਇਸ ਤਰ੍ਹਾਂ K ਐਂਡ ਡੈਸ਼ ਦੀ ਡਾਇਰੈਕਸ਼ਨ 'ਚ ਬਟ ਇਸ ਤਰ੍ਹਾਂ ਨਹੀਂ ਹੁੰਦਾ ਲਾਈਟ ਬੈਂਡ ਕਰ ਗਈ ਇਨ ਦਾ ਡਾਇਰੈਕਸ਼ਨ LM ਇਹ ਪੁਆਇੰਟ M ਹੈਗਾ ਸੋ ਇਸ ਤਰ੍ਹਾਂ ਲਾਈਟ ਜਿਹੜੀ ਉਹ ਬੈਂਡ ਕਰ ਗਈ ਸੋ ਸਟੂਡੈਂਟਸ ਤੁਹਾਨੂੰ ਪਿਛਲੀ ਵੀਡੀਓ 'ਚ ਮੈਂ ਦੱਸਿਆ ਹੈਗਾ ਕਿ ਲਾਈਟ ਕਿਉਂ ਬੈਂਡ ਕਰਦੀ ਹੈ ਰਿਫਰੈਕਸ਼ਨ ਕਿਉਂ ਹੁੰਦੀ ਹੈ ਕਿਉਂਕਿ ਲਾਈਟ ਜਿਹੜੀ ਸਪੀਡ ਹੈਗੀ ਆ ਉਹ ਘਟਦੀ ਹੈ ਜਦੋਂ ਦੂਸਰੇ ਮੀਡੀਅਮ ਜਾਂਦੀ ਹੈ ਮਤਲਬ ਕਿ ਡੈਂਸਰ ਮੀਡੀਅਮ ਜਾਂਦੀ ਹੈ ਅਤੇ ਲਾਈਟ ਦੀ ਜਿਹੜੀ ਸਪੀਡ ਹੈਗੀ ਆ ਉਹ ਕੀ ਕਰਦੀ ਹੈ ਘੱਟ ਹੋ ਜਾਂਦੀ ਹੈ ਸੋ ਲਾਈਟ ਦੀ ਸਪੀਡ ਦੇ ਘੱਟ ਹੋਣ ਦੇ ਕਾਰਨ ਜਿਹੜੀ ਹੈ ਉਹਦੀ ਜਿਹੜੀ ਪਾਥ ਵਿੱਚ ਡੈਵੀਏਸ਼ਨ ਆ ਜਾਂਦੀ ਹੈ ਸੋ ਪਿਛਲੀ ਵੀਡੀਓ 'ਚ ਆਪਾਂ ਪ੍ਰੂਫ ਕੀਤਾ ਸੀਗਾ ਜਦੋਂ ਲਾਈਟ ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ ਜਾਂਦੀ ਹੈ ਉਹ ਕੀ ਕਰਦੀ ਹੈ ਨੋਰਮਲ ਦੇ ਟੂਵਰਡਸ ਬੈਂਡ ਕਰਦੀ ਹੈ ਅਤੇ ਜਦੋਂ ਡੈਂਸਰ ਟੂ ਰੇਅਰ ਜਾਏਗੀ ਉਹ ਅਵੇ ਫਰੋਮ ਦ ਨੋਰਮਲ ਹੋ ਜਾਏਗੀ ਸੋ ਡੈਟਸ ਵਾਈ ਲਾਈਟ ਬੈਂਡ ਕਰਦੀ ਹੈ ਸੋ ਜੇ ਤੁਸੀਂ ਪਿਛਲੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਪਿਛਲੀ ਵੀਡੀਓ ਨੂੰ ਪਹਿਲਾਂ ਵੇਖ ਕੇ ਫਿਰ ਇਹ ਵਾਲੀ ਵੀਡੀਓ ਦੇਖੋ ਸੋ ਲਾਈਟ ਜਿਹੜੀ ਹੈ ਮੰਨ ਲਓ KL ਲਾਈਟ ਆਈ ਉਹਦਾ ਐਂਗਲ ਆਫ ਇੰਸੀਡੈਂਸ I1 ਸੋ ਜਿਹੜੀ KL ਲਾਈਨ ਹੈਗੀ ਹੈ ਜਿਹੜੀ ਰਿਫਲੈਕਟ ਜਿਹੜੀ ਰੇ ਹੈਗੀ ਸਾਡੀ ਲਾਈਟ ਰੇ ਹੈਗੀ ਆ ਉਹ ਕੀ ਕੀਤੀ ਰਿਫਰੈਕਟ ਹੋਈ ਅਤੇ ਉਹ ਚੱਲ ਗਈ ਮੀਡੀਅਮ 'ਚ ਪ੍ਰਿਜ਼ਮ 'ਚ ਸਲੈਬ 'ਚ ਚੱਲ ਗਈ ਓਕੇ ਰਿਫਰੈਕਸ਼ਨ ਹੋ ਗਈ ਤਾਂ ਆਫਟਰ ਰਿਫਰੈਕਸ਼ਨ ਫਿਰ ਜਦੋਂ ਉਹਨੇ ਆਪਣਾ ਡੈਂਸਰ ਮੀਡੀਅਮ ਛੱਡ ਕੇ ਰੇਅਰ ਮੀਡੀਅਮ 'ਚ ਆਉਣਾ ਸੋ ਲਾਈਟ ਅਵੇ ਫਰੋਮ ਦ ਨੋਰਮਲ ਚਲੀ ਜਾਏਗੀ ਨੋਰਮਲ ਬਲੈਕ ਕਲਰ ਦਾ ਐਵਲ ਹੈਗਾ ਤਾਂ ਅਵੇ ਫਰੋਮ ਦ ਨੋਰਮਲ ਚਲੀ ਗਈ ਪਰ ਜਾਣਾ ਚਾਹੀਦਾ ਇਸ ਡਾਇਰੈਕਸ਼ਨ ਨੂੰ ਸੀਗਾ ਬਟ ਕੀ ਕਰ ਗਈ ਉਹ ਅਵੇ ਫਰੋਮ ਦ ਨੋਰਮਲ ਚੱਲ ਗਈ ਸੋ ਦੇਖੋ ਕਿ ਇਹ ਵਾਲੀ ਜਿਹੜੀ ਲਾਈਨ ਸੀਗੀ ਇਹ ਵਾਲੀ ਲਾਈਨ ਦੋਨੇ ਆਪਸ 'ਚ ਪੈਰਲਲ ਹੋ ਗਈਆਂ ਸੋ ਇੱਕ ਹੋਰ ਸਾਰੀ ਟਰਮ ਜਿਹੜੀ ਵਿੱਚ ਆਪਾਂ ਯੂਜ਼ ਕੀਤੀ ਹੈ ਡੈਟ ਇਜ਼ ਡੈਲਟਾ ਕੀ ਹੈ ਉਹਦੀ ਲੈਟਰਲ ਡਿਸਪਲੇਸਮੈਂਟ ਕਿ ਕਿੰਨੀ ਡਿਸਪਲੇਸਮੈਂਟ ਹੋਈ ਹੈ ਡਿਸਪਲੇਸਮੈਂਟ ਕਿੰਨੀ ਹੋਈ ਹੈ ਇਹਦੀ ਜਾਣਾ ਚਾਹੀਦਾ ਇੱਧਰਲੀ ਸਾਈਡ ਨੂੰ ਸੀਗਾ ਪਰ ਚੱਲ ਇੱਧਰ ਗਈ ਸੋ ਕਿੰਨਾ ਇਹਦੇ ਵਿੱਚ ਡਿਸਪਲੇਸਮੈਂਟ ਹੋਈ ਹੈ ਉਹਨੂੰ ਆਪਾਂ ਕੀ ਕਹਾਂਗੇ ਲੈਟਰਲ ਡਿਸਪਲੇਸਮੈਂਟ ਓਕੇ ਸਟੂਡੈਂਟ ਹੁਣ ਦੇਖੋ ਹੁਣ ਕੁਛ ਅਸੀਂ ਐਕਸਪ੍ਰੈਸ਼ਨ ਫਾਈਂਡ ਕਰਾਂਗੇ ਜਿਹੜਾ ਕਿ ਸਾਡਾ ਪ੍ਰਿੰਸੀਪਲ ਰਿਵਰਸਿਬਿਲਿਟੀ ਦਾ ਵੀ ਉਹ ਅਸੀਂ ਕਰਾਂਗੇ ਸੋ ਸਟੂਡੈਂਟਸ I2 ਐਂਗਲ ਕੀ ਹੈ I1 ਐਂਗਲ ਸਾਡਾ ਜਿਹੜਾ ਇੰਸੀਡੈਂਸ ਐਂਗਲ ਹੈ ਜਦੋਂ ਲਾਈਟ ਰੇਅਰ ਟੂ ਡੈਂਸਰ ਮੀਡੀਅਮ ਜਾਏਗੀ ਅਤੇ R1 ਸਾਡਾ ਕਿਹੜਾ ਹੈ ਰਿਫਰੈਕਟਡ ਐਂਗਲ ਜਦੋਂ ਲਾਈਟ ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ ਆਈ ਸੋ I2 ਕੀ ਹੈਗਾ ਜਦੋਂ ਲਾਈਟ ਡੈਂਸਰ ਮੀਡੀਅਮ ਟੂ ਰੇਅਰ ਮੀਡੀਅਮ 'ਚ ਜਾਏਗੀ ਉਹਦਾ ਕੀ ਹੈ ਇੱਕ ਇੰਸੀਡੈਂਸ ਐਂਗਲ ਅਤੇ ਜਦੋਂ ਲਾਈਟ ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ ਡੈਂਸਰ ਮੀਡੀਅਮ ਟੂ ਰੇਅਰ ਮੀਡੀਅਮ 'ਚ ਜਾਏਗੀ ਉਹਦਾ ਜਿਹੜਾ ਸਾਡਾ ਰਿਫਰੈਕਟਡ ਐਂਗਲ ਹੈ R2 ਸੋ ਜੇ ਅਸੀਂ ਸਨੈਲਸ ਲਾਅ ਅਪਲਾਈ ਕਰੀਏ ਸੋ ਸਟੂਡੈਂਟਸ ਤੁਹਾਨੂੰ ਪਤਾ ਸਨੈਲਸ ਲਾਅ ਬਾਰੇ ਕੀ ਹੁੰਦਾ ਸਨੈਲਸ ਲਾਅ ਅਸੀਂ ਪਿਛਲੀ ਵੀਡੀਓ 'ਚ ਕੀਤਾ ਸੀਗਾ ਕਿ ਜਦੋਂ ਵੀ ਅਸੀਂ ਕਿਸੇ ਵੀ ਮਟੀਰੀਅਲ ਦਾ ਰਿਫਰੈਕਟਿਵ ਇੰਡੈਕਸ ਨਾਲ ਮਲਟੀਪਲੀਕੇਸ਼ਨ ਕਰਦੀ ਹੈ ਸਾਈਨ ਆਫ ਐਂਗਲ I ਜਾਂ R ਉਹ ਸਾਨੂੰ ਕੀ ਦਿੰਦਾ ਕੌਨਸਟੈਂਟ ਟਰਮ ਦਿੰਦਾ ਓਕੇ ਸੋ ਹੁਣ ਦੇਖੋ ਰਿਫਰੈਕਟਿਵ ਇੰਡੈਕਸ ਆਫ ਦ ਰੇਅਰ ਮੀਡੀਅਮ ਕਿਹੜਾ ਹੈ ਸਾਡਾ ਨਿਊ A ਓਕੇ ਰਿਫਰੈਕਟਿਵ ਇੰਡੈਕਸ ਆਫ ਦ ਜਿਹੜਾ ਸਾਡਾ ਰੇਅਰ ਮੀਡੀਅਮ ਦਾ ਆਇਆ ਨਿਊ A ਅਤੇ ਉਹਦੇ ਵਿੱਚ ਜਿਹੜਾ ਸਾਡਾ ਐਂਗਲ ਕਿਹੜਾ ਆਉਣ ਡਿਆ ਉਹ ਆਉਣ ਡਿਆ I1
सो न्यू ए ਨੂੰ ਜੇ ਮੈਂ ਸਾਈਨ ਆਫ ਐਂਗਲ I1 ਨਾਲ ਮਲਟੀਪਲਾਈ ਕਰ ਦਵਾਂ ਮੇਰਾ ਕੀ ਬਣੇਗਾ ਕੌਨਸਟੈਂਟ ਬਣੇਗਾ ਤੇ ਉਸ ਤਰ੍ਹਾਂ ਹੀ ਅੰਦਰ ਕਰਾਂਗੇ ਅੰਦਰ ਕੀ ਹੋਏਗਾ ਰਿਫਰੈਕਟਿਵ ਇੰਡੈਕਸ ਆਫ ਦ ਗਲਾਸ ਇਨਟੂ ਸਾइन ऑफ एंगल R1 की रिफ्रैक्टेड एंगल ठीक है। सो दोनों की कॉन्स्टेंट है दोनों की इक्वेट करांगे। सो स्नेल्स लॉ आप यूज़ करांगे तो की हो जाएगा साडा न्यू ए इंटू साइन आई इज इक्वल टू न्यू जी इंटू साइन आर। आई होप यू विल अंडरस्टैंड इट। एंड हम की करांगे सो साइन आई ओवर साइन आर की वैल्यू सॉरी I1 एंड R1 होएगा ना इतने वैल्यू साड़ी की आ जाएगी न्यू जी ओवर न्यू ए। ओके स्टूडेंट्स देखो हम आप पिछली वीडियो में दसिया सीगा किस तरह लिख सकते हैं। आप लिख सकते हैं रिफ्रैक्टिव इंडैक्स ऑफ द ग्लास विद रिस्पैक्ट टू एयर। ओके सो अपने इस तरह लिख सकते हैं। साड़ी मान लो साड़ी फर्स्ट इक्वेशन आ गई। हम देखो एक रिफ्रैक्शन होने डी है इतने होने डी है इस पॉइंट पर एक रिफ्रैक्शन होने डी इस पॉइंट पर हम इस पॉइंट पर भी फाइन करांगे की आएगी। हम देखो हम इतने की आएगी I2 एंगल ਜਿਹੜਾ ਹੁਣ ਦੇਖੋ ਇੰਸੀਡੈਂਸ ਐਂਗਲ ਕਿਹਦੇ ਵਿੱਚ ਹੈ ਰੀਅਲ ਡੈਂਸਰ ਮੀਡੀਅਮ ਦੇ ਵਿੱਚ ਹੈਗਾ ਤੇ ਉਹਦਾ ਰਿਫਰੈਕਟਿਵ ਇੰਡੈਕਸ ਕਿਹੜਾ ਨਿਊ ਜੀ ਮਤਲਬ ਜੇ ਨਿਊ ਜੀ ਨੂੰ ਅਸੀਂ ਮਲਟੀਪਲਾਈ ਕਰ ਦਈਏ ਸਾਈਨ ਆਫ ਐਂਗਲ I2 ਦੇ ਨਾਲ ਤੇ ਫਿਰ ਸਾਡਾ ਕੌਨਸਟੈਂਟ ਟਰਮ ਬਣੇਗੀ। ਹੁਣ ਦੇਖੋ ਆਪਾਂ ਨਿਊ ਜੀ ਹੈ ਹੁਣ ਪਿੱਛੇ ਆਪਾਂ ਯੂਜ਼ ਕੀਤਾ ਨਿਊ ਜੀ ਦੇ ਨਾਲ R1 ਕਿਉਂਕਿ ਉਹਦੀ ਰਿਫਲੈਕਸ਼ਨ ਜਿਹੜੀ ਹੋਈ ਸੀਗੀ ਉਹ ਸਾਡੀ ਨਿਊ ਜੀ 'ਚ ਹੋਣ ਦੀ ਤੇ ਰਿਫਰੈਕਟਡ ਐਂਗਲ ਵੀ ਨਿਊ ਜੀ 'ਚ ਆਉਣ ਡੇ। ਹੁਣ ਪਰ ਆਪਾਂ ਇੱਥੇ ਇਸ ਪੁਆਇੰਟ 'ਤੇ ਚੈੱਕ ਕਰਨੀ ਹੈ ਕਿ ਰਿਫਲੈਕਸ਼ਨ ਹੋਣ ਦੀ ਹੈ। ਸੋ ਇਸ ਪੁਆਇੰਟ 'ਤੇ ਜਿਹੜਾ ਸਾਡਾ ਇੰਸੀਡੈਂਸ ਐਂਗਲ ਉਹ I2 ਬਣਨ ਡਿਆ ਤੇ ਉਹਦਾ ਰਿਫਰੈਕਟਿਵ ਇੰਡੈਕਸ ਨਿਊ ਜੀ ਬਣਨ ਡਿਆ। ਸੋ ਇੱਥੇ ਆਪਾਂ ਕੀ ਕਰਾਂਗੇ ਫਿਰ न्यू जी इंटू साइन आई इज इक्वल टू मैं देखो हूँ जो रिफ्रैक्टेड एंगल जो R2 है वो किस मीडियम च है वो रीयर मीडियम च है। रीयर मीडियम साढ़े कि एयर हैगी है तो रिफ्रैक्टिव इंडैक्स की है न्यू ए। सो ये आ जाएगा न्यू ए इंटू साइन आर। इतने आप वैल्यू निकाल लेंगे सॉरी इतने 2 आएगा ना कि न्यू I2 है इतने R2 है। सो इतने की बनेगा साढ़ा साइन I2 ओवर साइन R2 इज इक्वल टू न्यू ए ओवर न्यू जी आप क्या लिख सकते हैं रिफ्रैक्टिव इंडैक्स ऑफ एयर विद रिस्पैक्ट टू ग्लास। ठीक है साड़ी इक्वेशन आ गई सैकेंड। सो देखो स्टूडेंट जे मैं हूँ इतने एक मिरर लगा दा सपोज इतने मैं एक मिरर लगाता पी ठीक है। सो हम जो इतने मिरर लगाता तो मतलब कि इतनी रिफ्लैक्शन होएगी लाइट साड़ी नॉर्मली आन डी है तो जो भी किसी भी मिरर से लाइट नॉर्मली आए तो उस डायरैक्शन उस तरह ही चली जाती है। सो ये भी की होएगा लाइट इस तरह चली जाएगी तो अपना वही पाथ जो रीट्रेस कर लेगी। सो इसी आप फिनोमिना की कहने असी यही एक जोड़ा प्रोसैस है की कहने प्रिंसीपल ऑफ रिवर्सिबिलिटी कि जिस 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 तरह लाइट जी है वो आई है उसी तरह ही लाइट वापस चली जाएगी। सो लाइट इस तरीके आई है इदा तो जो वापस जो अपन उस डायरैक्शन भेजीए वो अपने पिछले पाथ में ही की करती है वो रीट्रेस कर लेंदी है। सो इन आप कहने प्रिंसीपल ऑफ रिवर्सिबिलिटी। सो ऐसे तो कुछ करा मैथमैटिकली देखो हूँ जे मैं इतने कर लगाती साड़ी पी पॉइंट पो लगाता मिरर लगाता तो फिर रिफ्लैक्शन इदा होएगी रिफ्रैक्शन इदा होएगी इस डायरैक्शन में फिर इधर होएगी इधर भी जाएगी। सो आप भी निकाल लेंगे। देखो हूँ जोड़ा इंसीडेंस एंगल मतलब कि बन जाएगा R2 रिफ्रैक्टेड एंगल बन जाएगा। तो देखो बाहर की है साडा रिफ्रैक्टिव इंडैक्स न्यू ए तो बाहर जो एंगल है वो भी R2। सो की लिखांगे इतने न्यू ए इंटू साइन R2 इज इक्वल टू क्या होएगा अंदर न्यू जी इंटू साइन I2 न्यू जी इंटू साइन I2। हूँ ये की करेंगे हूँ यह वाला एक तरह का एंगल बन गया साडा रिफ्रैक्टिव सॉरी इंसीडेंस एंगल तो साडा बन गया रिफ्रैक्टिव एंगल। सो फिर हूँ R2 जो ऊपर आएगा तो जो I2 है नीचे आएगा। सो साइन R2 अपॉन साइन I2 इज इक्वल टू न्यू जी ओवर न्यू ए। आप लिख सकते हैं रिफ्रैक्टिव इंडैक्स ऑफ अ ग्लास विद रिस्पैक्ट टू सॉरी हाँ ग्लास विद रिस्पैक्ट टू योर सी थर्ड इक्वेशन आ गई। सो हूँ की करो सैकेंड तो थर्ड इक्वेशन असी मल्टीप्लाई कर देंगे। सो बाय मल्टीप्लाइंग इक्वेशन सेकेंड एंड थर्ड तो की बनेगा सो बाय मल्टीप्लाइंग इक्वेशन सेकेंड एंड थर्ड। सो साड़ी सेकेंड इक्वेशन की है साइन I2 अपॉन साइन R2 इंटू की बनेगा थर्ड इक्वेशन का साइन R2 अपॉन साइन
I2 is equal to refractive index of a glass with respect to air into refractive index of air with respect to glass। क्योंकि यह कैंसिल हो जाएगा, साਡਾ की बन जाएगा refractive index of a glass with respect to air into refractive index of a air with respect to glass is equal to 1। कैंसिल होकर 1 बन जाएगा ना। सो जे असी रिफ्रैक्टिव इंडेक्स फाइंड करना है एयर का विद रिस्पैक्ट टू ग्लास, वो की बन जाएगा 1/a/μg। ठीक है। सो ਇਹਦਾ ਕੀ मतलब कि हो गया साਡਾ रिवर्स च चीज़ चल गई है। जे मान लो रिफ्रैक्टिव इंडेक्स लाइट जी है वो एयर तो ग्लास में जान डी है, ओके, तो ਉਹਦਾ ਜਿਹੜਾ ਸਾਡਾ ਰਿਫਰੈਕਟਿਵ ਇੰਡੈਕਸ ਟੋਟਲ ਬਣਨ ਡਿਆ ਉਹ ਸਾਡਾ ਬਣਨ ਡਿਆ 4/3। ਠੀਕ ਹੈ। तो जे ਹੁਣ लाइट ग्लास टू एयर जाएगी फिर ਉਹਦਾ रिफ्रैक्टिव इंडेक्स की बनेगा रिवर्स हो जाएगा तो की बन जाएगा 3/4 बन जाएगा। ओके। उसे रैंडमली मैं चूज़ किया कि पता कि किन्नी होंगी किन्नी, मैं सिर्फ रैंडमली चूज़ की है। सो देखो जे मान लो इतने मैं ग्लास ले ला तो इतने मैं फिर कुछ होर कोई सबस्टांस ले ला, लैट वाटर ले ला, तो मान लो तो 2/3 है, ग्लास टू वाटर का 2/3 है, तो वाटर टू ग्लास का की हो जाएगा फिर 3/2 हो जाएगा। ठीक है। रिवर्स से चल जाएगी चीज़। सो इन्हें आप कहने प्रिंसिपल ऑफ रिवर्सिबिलिटी। सो नैक्सट असीं करांगे लैटरल। सो स्टूडेंट्स ਨੂੰ देखो लैटरल डिस्प्लेसमेंट की होंगी है। सो लैटरल डिस्प्लेसमेंट होंगी है कि यह दोनों के कितना डिस्टेंस है, कि जिस लाइन चो उन्होंने जाना चाहिए सीगा तो जिस लाइन चो गई वो दोनों में कितना डिस्टेंस है उन्होंने की कहने लैटरल डिस्प्लेसमेंट। सो किस तरह फाइंड करेंगे लैटरल डिस्प्लेसमेंट? लैटरल डिस्प्लेसमेंट असीं फाइंड करेंगे जो असीं मान लो कि आप एक परपेंडिकुलर ड्रॉप करने हैं। सो असीं परपेंडिकुलर ड्रॉप किया, इन्हूं मान लो L डैश। सो जी ML डैश की जी लेंथ है वो साडा की होएगी उसकी लैटरल डिस्प्लेसमेंट होएगी। ठीक है। तो जो LO है यह की है उसकी थिकनेस कितना जो साडा ग्लास स्लैब वो थिक है। सो मान लो यदि जी ग्लास स्लैब की थिकनेस है वो साडी T हैगी है, तो यह जी चीज़ असीं फाइंड करनी है। सो देखो हुण असीं किस तरह फाइंड करांगे, ये वाली साडी लाइट हैगी है, देखो ਆਪਾਂ ਇਹ वाली चीज़ फाइंड करनी है। सो जे साडा ये वाला एंगल भी है तो यह वाली भी हैगी, तो यह वाली लाइट की साडी वो भी हैगी है। सो की करांगे असीं ये साइन का आप साइन का फंक्शन यूज़ करांगे तो की बन जाएगा साडा परपेंडिकुलर ओवर हाइपोटेन्यूज। सो आई होप कि तुहानूं पता चल जाएगा कि हो गया कि लैटरल डिस्प्लेसमेंट की होंगी है। लैटरल डिस्प्लेसमेंट होंगी है कि दोनों में जो डिस्टेंस है वो कितना है। सो इस किस तरह फाइंड करांगे वो, जो आप साइन थीटा लगाइए इत्थे साइन, सो एंगल किहड़ा होएगा साडा डेल्टा, साइन डेल्टा इज इक्वल टू क्या होगा परपेंडिकुलर ML डैश ओवर हाइपोटेन्यूज LM। आई फाइंड की करना ML डैश। सो इतों साडा की हो जाएगा ML डैश की वैल्यू आ जाएगी LM साइन ऑफ डेल्टा। देखो स्टूडेंट सानू LM भी नहीं पता, हमें नहीं पता कि LM की वैल्यू कितनी है। ठीक है। तो नहीं वो फाइंड करनी है। देखो सानू थिकनेस पता, ठीक है, एदा एंगल भी पता, R1 भी पता, सानू नहीं पता। सो बेस ओवर हाइपोटेन्यूज रिलेशन लगा सकते हैं। सो बेस ओवर हाइपोटेन्यूज की होंगे कोस फंक्शन। सो इतने आप कोस का फंक्शन लगा दिए तो साडा की बनेगा, सो यह वाली जो साइन थीटा है वो ट्राइंगल सी लिए अपन ट्राइंगल ML डैश। हूँ जी ट्राइंगल लैनी वो लैनी आप LOM इंडक्शन OLM जी OLM ट्राइंगल है वो की यूज़ करेंगे हम कोस फंक्शन। सो कोस R1 इज इक्वल टू साडा की बनेगा, देखो परपेंडिकुलर ए वाला बेस ए वाला तो हाइपोटेन्यूज ए वाला। सो की बनेगा कोस फंक्शन OL ओवर LM। ओके। तो साडा OL की वैल्यू की स्टूडेंट्स असीं LM की वैल्यू फाइंड करनी है, तो LM की वैल्यू की आ जाएगी साडे को OL ओवर कोस R1। तो तुहानूं पहले दस्सिया सीगा OL की है साडा, OL साडी की है OL थिकनेस ऑफ स्लैब वो की है T। सो OL की जगह पर की लिखता T। साडा LM की वैल्यू कितनी आ जाएगी T ओवर कोस R1। सो मान लो साडी इक्वेशन 4th है, सो यह इक्वेशन 5th है, 5th इक्वेशन 4th इक्वेशन पुट कर दो, साडी ML की वैल्यू कितनी आ जाएगी, साडी ML की वैल्यू आ जाएगी T ओवर कोस R1 इंटू साइन ऑफ डेल्टा। साड़ी है कि लैटरल डिस्प्लेसमेंट। हूँ स्टूडेंट ने भी देखो साढ़े डेल्टा भी सानू पूरा क्लीयर नहीं है कि डेल्टा की वैल्यू कितनी है। सो भी आप फाइंड किस भी आप आई तो इंसीडेंस एंगल तो रिफ्रैक्टेड एंगल के टर्म्स कितना लिख सकते हैं। देखो
ਇਹ ਵਾਲਾ ਐਂਗਲ ਆਈ ਹੈਗਾ ਸਾਡਾ, ਇਹ ਵਾਲਾ ਸਾਡਾ ਐਂਗਲ ਆਰ ਹੈ, ਠੀਕ ਹੈ। ਇਹ ਵਾਲਾ ਐਂਗਲ ਆਈ ਤੇ ਇਹਦਾ ਮਤਲਬ ਇਹ ਵੀ ਐਂਗਲ ਆਈ ਹੋਏਗਾ। ਆ ਦੇਖੋ ਇਹ ਪੂਰਾ ਐਂਗਲ ਆਈ ਹੋਏਗਾ ਨਾ, ਆਈ ਵਨ ਹੋਏਗਾ ਕਿਉਂਕਿ ਵਰਟੀਕਲ ਆਪੋਜ਼ਿਟ ਐਂਗਲ ਹੈ। ਸੋ ਇਹ ਵਾਲਾ ਐਂਗਲ ਆਈ ਵਨ ਹੈ ਤੇ ਇਹ ਵੀ ਐਂਗਲ ਆਈ ਵਨ ਹੋਏਗਾ, ਤੇ ਇਹ ਵਾਲਾ ਐਂਗਲ ਆਰ ਵਨ ਹੈ। ਜੇ ਮੈਂ ਆਈ ਵਨ ਦੇ ਵਿੱਚੋਂ ਆਰ ਵਨ ਨੂੰ ਮਾਈਨਸ ਕਰਦਾ ਮੇਰਾ ਡੈਲਟਾ ਆ ਜਾਏਗਾ। ਸੋ ਡੈਲਟਾ ਨੂੰ ਮੈਂ ਕਿਸ ਤਰ੍ਹਾਂ ਲਿਖ ਸਕਦੇ ਹਾਂ, ਸੋ ਡੈਲਟਾ ਨੂੰ ਲਿਖ ਸਕਦੇ ਹਾਂ ਆਈ ਵਨ ਮਾਈਨਸ ਆਰ ਵਨ। ਸੋ ਇਹਦੇ ਵਿੱਚ ਸਾਡੀ ਵੈਲਿਊ ਕੀ ਆ ਜਾਏਗੀ, ਟੀ ਓਵਰ ਕੋਜ਼ ਆਰ ਵਨ ਇੰਟੂ ਸਾਈਨ ਆਈ ਵਨ ਮਾਈਨਸ ਆਰ ਵਨ। ਸਾਡਾ ਲੈਟਰਲ ਡਿਸਪਲੇਸਮੈਂਟ ਦਾ ਜਿਹੜਾ ਐਕਸਪ੍ਰੈਸ਼ਨ ਕੀ ਆ ਜਾਏਗਾ, ਟੀ ਓਵਰ ਸਾਈਨ ਆਈ ਵਨ ਮਾਈਨਸ ਆਰ ਵਨ ਓਵਰ ਕੋਜ਼ ਆਰ ਵਨ। ਸੋ ਇਹ ਸਾਡਾ ਆ ਗਿਆ ਐਕਸਪ੍ਰੈਸ਼ਨ ਫੋਰ ਲੈਟਰਲ ਡਿਸਪਲੇਸਮੈਂਟ। ਸੋ ਬੱਚਾ ਟੀ ਕੀ ਇਹਦੇ ਵਿੱਚ, ਟੀ ਹੈ ਸਾਡੀ ਥਿਕਨੈਸ ਆਫ ਅ ਗਲਾਸ ਸਲੈਬ, ਆਈ ਇੰਸੀਡੈਂਸ ਐਂਗਲ, ਆਰ ਰਿਫਰੈਕਟਡ ਐਂਗਲ। ਸੋ ਤੁਹਾਨੂੰ ਕੋਜ਼ ਵਗੈਰਾ ਫੰਕਸ਼ਨ ਪਤਾ ਹੀ ਹੈ। ਸੋ ਦਿਸ ਇਜ਼ ਆਲ ਅਬਾਊਟ ਲੈਟਰਲ ਡਿਸਪਲੇਸਮੈਂਟ। ਸੋ ਸਟੂਡੈਂਟਸ, ਸੋ ਅਸੀਂ ਜੇ ਸਪੈਸ਼ਲ ਕੇਸ ਦੀ ਗੱਲ ਕਰੀਏ, ਜੇ ਸਾਡਾ ਆਈ ਵਨ ਇਜ਼ ਇਕੁਅਲ ਟੂ ਆਰ ਵਨ ਦੇ ਹੋ ਜਾਏਗਾ, ਠੀਕ ਹੈ। ਆਈ ਵਨ ਇਕੁਅਲ ਟੂ ਆਰ ਵਨ ਮੇਰੀ ਰਿਫਲੈਕਸ਼ਨ ਹੋ ਜਾਏਗੀ, ਰਿਫਲੈਕਸ਼ਨ ਹੀ ਹੋਏਗੀ, ਰਿਫਲੈਕਸ਼ਨ ਹੋਏਗੀ, तो फिर इलेक्ट्रिक डिस्प्लेसमेंट की आएगी। सो एम एल डैश इज इक्वल टू टी साइन आई वन माइनस आई वन ओवर कोस आई वन। साढ़ा क्या आ जाएगा, टी साइन 0 डिग्री ओवर कोस आई वन। तो साइन 0 0, सो साड़ी इलेक्ट्रिक डिस्प्लेसमेंट भी हो जाएगी 0 हो जाएगी, मतलब कि साड़ी कोई भी इलेक्ट्रिक डिस्प्लेसमेंट नहीं आएगी। लाइट में जिधर सीधा जाना चाहिए, लाइट सीधे ही जाएगी। ओके, लाइट कोई बेंड नहीं करेगी, कोई कुछ नहीं होएगा। ਸੋ ਹੈਲੋ ਸਟੂਡੈਂਟਸ, ਹੁਣ ਅਸੀਂ ਪੜ੍ਹਾਂਗੇ ਐਪਰੈਂਟ ਐਂਡ ਰੀਅਲ ਡੈਪਥ ਕੀ ਹੁੰਦੀ ਹੈ। ਸੋ ਦੇਖੋ, ਜਦੋਂ ਵੀ ਤੁਸੀਂ ਆਪਣੀ ਲਾਈਫ 'ਚ ਕੀਤਾ ਹੋਏਗਾ, ਜਦੋਂ ਤੁਸੀਂ ਪਾਣੀ ਦੇ ਵਿੱਚ ਇੱਕ ਸਿੱਕਾ ਸੁੱਟਦੇ ਹੋ, ਇੱਕ ਸਿੱਕਾ ਸੁੱਟਦਾ ਤੁਸੀਂ ਪਾਣੀ ਦੇ ਵਿੱਚ, ਅਤੇ ਜਦੋਂ ਤੁਸੀਂ ਉਹਨੂੰ ਦੇਖਦੇ ਹੋ ਤਾਂ ਤੁਹਾਨੂੰ ਕੁਝ ਲਾਗੇ ਨਜ਼ਰ ਆਉਂਦਾ ਹੈ। ਅਸਲ ਦੇ ਵਿੱਚੋਂ ਲਾਗੇ ਨਹੀਂ ਹੁੰਦਾ, ਅਸਲ ਦੇ ਵਿੱਚੋਂ ਕਿੰਨੀ ਥੱਲੇ ਹੁੰਦਾ, ਪਰ ਤੁਹਾਨੂੰ ਕੁਝ ਲਾਗੇ ਨਜ਼ਰ ਆਉਂਦਾ। ਸੋ ਜਿਹੜਾ ਤੁਹਾਨੂੰ ਲਾਗੇ ਨਜ਼ਰ ਆਉਂਦਾ ਉਹਨੂੰ ਆਪਾਂ ਕਹਿੰਦੇ ਅਪਰੈਂਟ, ਪਰ ਜਿਹੜਾ ਉਹਦਾ ਰਿਐਲਿਟੀ 'ਚ ਉਸ ਪੁਆਇੰਟ 'ਤੇ ਪੈਦਾ ਉਹਨੂੰ ਆਪਾਂ ਕਹਿੰਦੇ ਰੀਅਲ ਡੈਪਥ, ਠੀਕ ਹੈ। ਸੋ ਅਪਰੈਂਟ ਡੈਪਥ ਕੀ ਹੁੰਦੀ ਹੈ ਕਿ ਜਦੋਂ ਕੋਈ ਵੀ ਸਾਡੀ ਪਾਣੀ ਵਿੱਚ ਕੋਈ ਚੀਜ਼ ਪਈ ਹੋਏ, ਉਹ ਸਾਨੂੰ ਥੋੜ੍ਹੀ ਜਿਹੀ ਉੱਪਰ ਨਜ਼ਰ ਆਏ, ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਅਪਰੈਂਟ। ਅਤੇ ਜਿਹੜੀ ਉਹਦੀ ਅਸਲੀ ਹੁੰਦੀ ਹੈ, ਉਹ ਜਿਹੜੀ ਜਿਸ ਅਸਲੀ ਪੁਆਇੰਟ 'ਤੇ ਪੈਦਾ ਉਹਨੂੰ ਆਪਾਂ ਕਹਿੰਦੇ ਰੀਅਲ ਡੈਪਥ। ਸੋ ਜਿੱਦਾਂ ਇਹੀ ਹੈ, ਸੋ ਇਹਦੇ ਵਿੱਚ ਆਪਾਂ ਓਬਜੈਕਟ ਉਹ ਰੱਖੇ ਦਾ। ਸੋ ਜੇ ਸਿੱਧਾ ਆਪਾਂ ਦੇਖੀਏ, ਸਿੱਧੀ ਜਿਹੜੀ ਲਾਈਟ ਆਏ, ਜਿਹੜੀ ਲਾਈਟ ਆਉਣੀ ਹੈ ਉਹ ਸਿੱਧੀ ਵਾਪਸ ਚਲੀ ਜਾਣੀ। ਸੋ ਉਹਦੇ ਵਿੱਚ ਸਾਨੂੰ ਕੋਈ ਉਹ ਨਹੀਂ ਦਿਖਾਈ ਦੇਣਾ, ਪਰ ਜਿਹੜੀ ਲਾਈਟ ਨੇ ਇੱਥੇ ਸਾਡਾ ਇੱਥੇ ਜਿਹੜੀ ਉਹਦੀ ਰਿਫਲੈਕਸ਼ਨ ਹੋਣੀ ਹੈ ਉਹਨੇ ਬੈਂਡ ਕਰ ਜਾਣਾ। ਅਤੇ ਹੁਣ ਦੇਖੋ, ਜੇ ਸਾਡੀ ਆਈ ਇੱਥੇ ਪੈਦੀ ਹੈ, ਸੋ ਉਹਨੇ ਸਿਰਫ ਇਹ ਵਾਲੀ ਲਾਈਨ ਨੂੰ ਸੈਂਸ ਕਰਨਾ, ਉਹਨੇ ਦੇਖਣਾ ਹੈ ਕਿ ਉਹਨੂੰ ਇਹ ਨਹੀਂ ਪਤਾ ਕਿ ਓਬਜੈਕਟ ਇੱਥੇ ਪੈਦਾ ਆਈ ਨੂੰ। ਸੋ ਆਈ ਨੇ ਕੀ ਕਰਨਾ ਕਿ ਜਿਹੜੀ ਰੇ ਉਹਦੀ ਅੱਖਾਂ ਤੱਕ ਪਹੁੰਚੇਗੀ, ਉਹ ਲਾਈਟ ਨੂੰ ਉਹਨੂੰ ਰੇ ਨੂੰ ਕੀ ਕਰ ਦੇਣਾ, ਐਕਸਟੈਂਡ ਕਰ ਦੇਣਾ ਪਿੱਛੇ ਨੂੰ, ਅਤੇ ਉਹਨੂੰ ਲੱਗਣਾ ਕਿ ਪਿੱਛੋਂ ਰੇ ਇੱਥੋਂ ਆ ਰਹੀ ਹੈ। ਲਾਈਟ ਸਾਡੀ ਆਈਜ਼ ਨੂੰ ਕੀ ਲੱਗਣਾ ਹੈ ਕਿ ਸਾਡੀ ਜਿਹੜੀ ਰੇ ਜਿਹੜੀ ਹੈ ਓਬਜੈਕਟ ਤੋਂ, ਉਹ ਰੇ ਆਉਣ ਡਈ ਹੈ ਇੱਥੋਂ। ਅਤੇ ਸਾਡੇ ਜਿਹੜੇ ਮਾਈਂਡ ਨੇ ਉਹ ਇਮੇਜ ਕਿੱਥੇ ਬਣਾ ਲੈਣੀ, ਉਹ ਇੱਥੇ ਬਣਾ ਲੈਣੀ। ਉਹਦੀ ਵਰਚੁਅਲ ਇਮੇਜ ਬਣ ਜਾਣੀ ਸਾਡੀ ਆਈ 'ਤੇ। ਸੋ ਇਹ ਵਾਲੀ ਜਿਹੜੀ ਇਮੇਜ ਹੈ, ਇਹ ਜਿਹੜੀ ਉਹਦੀ ਸਾਨੂੰ ਓਬਜੈਕਟ ਦਿਖਾਈ ਇੱਥੇ ਦੇਣਾ, ਹੁਣ ਇੱਥੇ ਓਬਜੈਕਟ ਪਰ ਸਾਨੂੰ ਦਿਖਾਈ ਇੱਥੇ ਦੇਣਾ, ਕਿਉਂਕਿ ਲਾਈਟ ਜਿਹੜੀ ਹੈ ਇੱਦਾਂ ਆਉਂਦੀ ਹੈ, ਅਤੇ ਲਾਈਟ ਜਿਹੜੀ ਸਾਡੀ ਆਈ ਕੀ ਕਰਦੀ ਹੈ, ਉਹ ਲਾਈਟ ਨੂੰ ਪਿੱਛੇ ਐਕਸਟੈਂਡ ਕਰ ਦਿੰਦੀ ਹੈ, ਅਤੇ ਜਿੱਥੇ ਉਹ ਮੀਟ ਕਰਦੀ ਹੈ ਉੱਥੇ ਸਾਡੀ ਇਮੇਜ ਬਣਾ ਦਿੰਦੀ ਹੈ। ਸਾਡੀ ਇੱਥੇ ਜਿਹੜੀ ਓਬਜੈਕਟ ਦੀ ਇਮੇਜ ਇੱਥੇ ਬਣ ਜਾਣੀ ਹੈ, ਜਿਹਨੂੰ ਆਪਾਂ ਕਹਿੰਦੇ ਆ ਫਿਰ ਏ ਤੋਂ ਲੈ ਕੇ ਆਈ ਤੱਕ ਦਾ ਜਿਹੜਾ ਡਿਸਟੈਂਸ ਹੋਏਗਾ, ਉਹ ਕੀ ਹੋਏਗੀ, ਉਹਦੀ ਅਪਰੈਂਟ ਡੈਪਥ, ਕਿ ਜਿਹੜੀ ਉਹਦੀ ਅਸਲੀ ਡੈਪਥ ਨਹੀਂ ਹੋਏਗੀ। ਅਤੇ ਜਿਹੜੀ ਏ ਤੋਂ ਲੈ ਕੇ ਉਹ ਤੱਕ ਜਿਹੜਾ ਡਿਸਟੈਂਸ ਹੋਏਗਾ, ਉਹ ਕੀ ਹੋਏਗਾ ਸਾਡਾ, ਉਹਦੀ ਰੀਅਲ ਡੈਪਥ, ਠੀਕ ਹੈ। ਸੋ ਹੁਣ ਅਸੀਂ ਐਕਸਪ੍ਰੈਸ਼ਨ ਫਾਈਂਡ ਕਰਾਂਗੇ ਇਹਦੇ ਉੱਤੇ। तो जे ਅਸੀਂ फाइंड करिए कि रिफ्रैक्शन ही फाइंड करिए जी, ओके होगी। सो साइन आई इंटू न्यू वन इज इक्वल टू साइन आर इंटू न्यू टू। सो साइन आई ओवर साइन आर की वैल्यू की आ जाएगी न्यू टू ओवर न्यू वन, ठीक है। हूँ देखो ए वाला एंगल तो ए वाला एंगल सेम होएगा, तो ए वाला एंगल है भी सेम होएगा। सो आप आई रिप्लेस कर दिए जगह पे, ओके। सो साइन, सो एक एंगल आएगा, एंगल बी ओ आई अपॉन साइन ऑफ एंगल ए आई बी। ਹੁਣ ਦੇਖੋ साइन ਦਾ ਜਿਹੜਾ ਉਹ ट्रिग्नोमेट्रिक फंक्शन लगा दो साइन का। सो देखो साइन फिर की बनेगा इतने, साइन ऑफ एंगल ओ जो आप ओ तो जो साइन जो लगाइए तो इन ट्राइंगल ए ओ बी च। सो इन ट्राइंगल ए ओ बी जो साइन है, साइन ओ की आएगा साडा, साइन ओ की आएगा साडा हाइपोटेनियस ए बी ओवर सॉरी परपेंडिकुलर ओवर हाइपोटेन्यूस।
ਸੋ ਹਾਈਪੋਟੋਨਿਊਜ਼ ਕੀ ਇਹਦੇ ਵਿੱਚ BO। ਸੋ ਇਸੇ ਤਰ੍ਹਾਂ ਸਾਈਨ I ਕੀ ਆਏਗਾ ਸਾਡਾ ਇਨ ਟਰਾਇੰਗਲ ABI 'ਚ, ਸਾਈਨ I ਕੀ ਆਏਗਾ ਸਾਡਾ AB/BI। ਸੋ ਵੈਲਿਊ ਪੁੱਟ ਕਰ ਦਿਓ ਇਹਦੇ ਵਿੱਚ। ਸੋ νੂ1 ਕੀ ਆ ਜਾਏਗਾ ਸਾਡਾ AB/BO/EB/BI। ਓਕੇ, ਸੋ AB ਕੈਂਸਲ ਹੋ ਜਾਏਗਾ, ਸਾਡਾ ਕੀ ਬਣ ਜਾਏਗਾ BI/BO। ਸੋ BI/BO। ਸੋ ਜੇ ਐਂਗਲ ਵੈਰੀ ਸਮੋਲ ਹੋਣਗੇ, ਸੋ ਇਫ ਐਂਗਲਸ ਆਰ ਵੈਰੀ ਸਮੋਲ, ਸੋ ਆਪਾਂ ਜਨਰਲੀ ਇਹ ਲੈਂਦੇ ਕਿ ਐਂਗਲ ਬੜੇ ਸਮੋਲ ਹੁੰਦੇ ਆ, ਜਿਹੜਾ B ਪੁਆਇੰਟ ਹੈ ਉਹ A 'ਤੇ ਸ਼ਿਫਟ ਹੋ ਜਾਏਗਾ। ਸੋ B ਜਿਹੜਾ ਅਪਰੋਕਸੀਮੇਟ ਇਕੁਅਲ ਕਿਹਦੇ ਬਣ ਜਾਏਗਾ A ਦੇ, ਠੀਕ ਹੈ ਜੀ, ਐਂਗਲ ਬਹੁਤ ਸਮੋਲ ਹੁੰਦੇ। ਸੋ ਅਸੀਂ ਮੰਨ ਕੇ ਚੱਲੇ ਕਿ ਐਂਗਲ ਸਾਡੇ ਜਿਹੜੇ ਬਹੁਤ ਘੱਟ ਹੈ, ਸੋ ਜਿਹੜਾ B ਅਪਰੋਕਸੀਮੇਟ ਇਕੁਅਲ ਕਿਹਦੇ ਹੋਏਗਾ A ਦੇ ਹੋ ਜਾਏਗਾ। ਸੋ νੂ2/νੂ1 ਕੀ ਆ ਜਾਏਗਾ ਸਾਡਾ, B ਦੀ ਜਗ੍ਹਾ A ਲਿਖ ਦਿਓ AI/AO। ਸੋ AI ਕੀ ਹੈ, ਉਹਦੀ ਅਪਰੈਂਟ ਡੈਪਥ ਓਵਰ AO ਕੀ ਹੈ ਸਾਡਾ ਰੀਅਲ ਡੈਪਥ। ਸਟੂਡੈਂਟਸ ਜੇ ਮੰਨ ਲਓ ਇਹ ਸਾਡਾ 에ਅਰ ਹੈ ਅਤੇ ਇਹ ਸਾਡਾ ਵਾਟਰ ਹੈ, ਸਾਡਾ νੂ2 ਕੀ ਹੋ ਜਾਏਗਾ A ਹੋ ਜਾਏਗਾ, ਅਤੇ νੂ1 ਕੀ ਹੋ ਜਾਏਗਾ ਸਾਡਾ νੂ W ਹੋ ਜਾਏਗਾ। ਓਕੇ, ਸੋ ਸਾਡਾ ਕੀ ਬਣ ਜਾਏਗਾ ਇੱਥੇ AI/AO। ਸਾਡਾ ਕੀ ਆ ਗਿਆ ਰਿਫਰੈਕਟਿਵ ਇੰਡੈਕਸ ਆਫ 에ਅਰ ਵਿਦ ਰਿਸਪੈਕਟ ਟੂ ਵਾਟਰ ਬਣ ਗਿਆ ਸਾਡਾ AI/AO। ਹੁਣ ਮੈਂ ਫਾਈਂਡ ਕਰਨਾ ਰਿਫਰੈਕਟਿਵ ਇੰਡੈਕਸ ਤੇ ਉਹਦਾ ਚਾਹੀਦਾ ਨਾ, ਵਾਟਰ ਦਾ ਚਾਹੀਦਾ। ਸੋ ਸਰ ਮੈਂ ਫਾਈਂਡ ਕਰਨਾ ਰਿਫਰੈਕਟਿਵ ਇੰਡੈਕਸ ਆਫ ਵਾਟਰ ਵਿਦ ਰਿਸਪੈਕਟ ਟੂ 에ਅਰ। ਸੋ ਉਹ ਕੀ ਆਏਗਾ, ਪਿੱਛੇ ਆਪਾਂ ਪੜ੍ਹਿਆ ਰਿਵਰਸਿਬਿਲਿਟੀ ਦਾ ਇੱਕ ਕਨਸੈਪਟ ਪੜ੍ਹਿਆ। ਸੋ ਕੀ ਹੋਏਗਾ ਨੂ A ਦੇ ਬਰਾਬਰ ਹੋ ਜਾਏਗਾ, ਹੁੰਦਾ 1/A νW। ਜੋ ਉੱਥੇ ਮੈਂ ਵਾਲੀ ਵੈਲਿਊ ਫਾਈਂਡ ਕਰਨਾ, ਅਤੇ ਅਗਰ ਰੈਸਿਪਰੋਕਲ ਹੋ ਜਾਏਗਾ ਤਾਂ ਕੀ ਬਣ ਜਾਏਗਾ AO/AI। ਸੋ ਇਹ ਜਿਹੜੀ ਸਾਡੀ ਆਈ ਹੈ ਅਪਰੈਂਟ ਡੈਪਥ ਰੀਅਲ ਡੈਪਥ, ਇਹ ਕੀ ਹੈ ਉਹਦੇ 에ਅਰ ਦੇ ਅਕੋਰਡਿੰਗਲੀ। ਸੋ ਹੁਣ ਆਪਾਂ ਵਾਟਰ ਦੇ ਅਕੋਰਡਿੰਗਲੀ ਕੱਢਿਆ। ਸੋ ਇਹ ਜਿਹੜੀ ਸਾਡੇ ਮੇਨ ਅਸਲੀ ਹੈ ਉਹ ਕੀ ਆ ਗਿਆ ਰੀਅਲ ਡੈਪਥ ਓਵਰ ਅਪਰੈਂਟ ਡੈਪਥ। ਓਕੇ, ਸੋ this is about apparent and real depth। ਸੋ ਇਹ ਫਾਈਂਡ ਕਰਨਾ ਕਿ ਕਿੰਨੀ ਸ਼ਿਫਟ ਹੋਈ ਹੈ, ਕਿੰਨੀ ਜਿਹੜੀ ਸਾਡੀ ਲੈਂਥ ਹੈ ਉਹ ਸ਼ਿਫਟ ਹੋਈ ਹੈ, ਕਿ ਕਿੰਨੀ ਜਿਹੜੀ ਆ ਕਿੰਨਾ ਚੇਂਜ ਆਇਆ ਅਪਰੈਂਟ ਡੈਪਥ 'ਚ, ਰੀਅਲ ਡੈਪਥ 'ਚ ਕਿੰਨਾ ਚੇਂਜ ਹੈ, ਅਸੀਂ ਉਹ ਫਾਈਂਡ ਕਰਾਂਗੇ। ਸੋ ਸਟੂਡੈਂਟਸ ਦੇਖੋ, ਸਾਡੀ ਜਿਹੜੀ ਰੀਅਲ ਡੈਪਥ ਹੈ ਉਹ ਕੀ ਹੈਗੀ ਹੈ, ਰੀਅਲ ਡੈਪਥ ਸੀਗੀ AO। ਇਹ ਸਾਡੀ ਸੀ ਰੀਅਲ ਡੈਪਥ। ਜਿਹੜੀ ਅਪਰੈਂਟ ਡੈਪਥ ਸੀਗੀ ਸਾਡੀ ਹੋ ਗਈ ਹੈ AI। ਅਪਰੈਂਟ ਡੈਪਥ ਔਰ ਰੀਅਲ ਡੈਪਥ ਹੈ, ਠੀਕ ਹੈ। ਹੁਣ ਮੈਂ ਫਾਈਂਡ ਕਰਨਾ ਹੈ ਕਿ ਕਿੰਨਾ ਦੋਨਾਂ ਵਿੱਚ ਚੇਂਜ ਹੈ। ਜੇ ਮੈਂ AO ਦੇ ਵਿੱਚ -AI ਕਰਦਾ ਅਤੇ ਮੇਰੀ ਅਪਰੈਂਟ ਸ਼ਿਫਟ ਆ ਜਾਏਗੀ। ਅਪਰੈਂਟ ਸ਼ਿਫਟ ਹੁੰਦੀ ਹੈ ਕਿ ਕਿੰਨਾ, ਦੇਖੋ ਇਹ ਜਿਹੜੀ ਅਪਰੈਂਟ ਡੈਪਥ ਸੀਗੀ, ਇਹ ਸਾਡੀ ਰੀਅਲ ਡੈਪਥ ਸੀਗੀ। ਸੋ ਜਿਹੜੀ ਇਹ ਸਾਡੀ ਹੋਏਗੀ ਨਾ OI, ਇਹਨੂੰ ਆਪਾਂ ਕਹਾਂਗੇ ਸਾਡੀ ਹੈ ਅਪਰੈਂਟ ਸ਼ਿਫਟ। ਸੋ ਕੀ ਫਾਈਂਡ ਕਰ ਲੱਗੇ ਆਪਾਂ ਅਪਰੈਂਟ ਸ਼ਿਫਟ। ਸੋ ਇਹ ਕਿਹਦੇ ਬਰਾਬਰ ਹੋਏਗੀ, ਨੋ ਦਿਖਣਾ ਹੈ। ਸੋ ਇਹ ਬਰਾਬਰ ਹੁੰਦੀ ਸਾਡੀ ਅਪਰੈਂਟ ਸ਼ਿਫਟ, ਜਿਹਨੂੰ ਆਪਾਂ ਨਾਂ ਦੇ ਦਿਓ D। ਸੋ D ਮੰਨ ਲਓ ਅਪਰੈਂਟ ਸ਼ਿਫਟ ਹੈ। ਸੋ ਜੇ ਮੈਂ ਇਹਦੇ ਵਿੱਚੋਂ AO ਕੋਮਨ ਨਿਕਾਲਣਾ, ਸੋ D = AO ਕੋਮਨ ਨਿਕਾਲ ਲਿਆ। ਸੋ 1 - AI/AO ਬਣ ਗਿਆ ਸਾਡਾ। ਹੁਣ AI/AO ਕੀ ਸੀਗਾ, ਪਿੱਛੇ ਆਪਾਂ ਕੀਤਾ AI/AO ਸਾਡਾ ਕੀ, ਸੋ D = AO 1 - AO ਸਾਡਾ ਕੀ ਬਣ ਰਿਹਾ AI/AO ਸਾਡਾ ਕੀ ਹੈ ਰਿਫਰੈਕਟਿਵ ਇੰਡੈਕਸ ਆਫ 에ਅਰ ਵਿਦ ਰਿਸਪੈਕਟ ਟੂ ਵਾਟਰ। ਆਪਾਂ ਲਿਖ ਸਕਦੇ ਹਾਂ ਰਿਫਰੈਕਟਿਵ ਇੰਡੈਕਸ ਆਫ 에ਅਰ ਵਿਦ ਰਿਸਪੈਕਟ ਟੂ ਵਾਟਰ। ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ AO ਸਾਡਾ ਕੀ ਹੈ ਰੀਅਲ ਡੈਪਥ ਇੰਟੂ 1 - ਮੈਂ ਲਿਖ ਸਕਦਾ 1/, ਰਿਫਰੈਕਟਿਵ ਇੰਡੈਕਸ ਆਫ ਵਾਟਰ ਵਿਦ ਰਿਸਪੈਕਟ ਟੂ 에ਅਰ। ਤਾਂ ਸਾਡਾ ਐਕਸਪ੍ਰੈਸ਼ਨ ਆ ਗਿਆ ਅਪਰੈਂਟ ਸ਼ਿਫਟ ਦਾ। ਇਸ ਤਰ੍ਹਾਂ ਜਿਹੜੀ ਅਪਰੈਂਟ ਸ਼ਿਫਟ ਆ ਉਹ ਫਾਈਂਡ ਕਰ ਸਕਦੇ ਹਾਂ। ਓਕੇ, ਥੈਂਕ ਯੂ।